ਜੈ ਪੀਰਾਂ ਦੀ ਦੋਸਤੋ, ਕਾਦਰੀ ਰੰਗ ਚੈਨਲ 'ਚ ਤੁਹਾਡਾ ਸਵਾਗਤ ਹੈ। ਅੱਜ ਫਿਰ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਹਾਂ ਇੱਕ ਨਵਾਂ ਕਿੱਸਾ ਲੈ ਕੇ। ਆਧੁਨਿਕ ਪਾਕਿਸਤਾਨ ਦਾ ਬਹੁਤ ਹੀ ਮਸ਼ਹੂਰ ਜ਼ਿਲ੍ਹਾ ਗੁਜਰਾਂਵਾਲਾ ਹੈ। ਗੁਜਰਾਂਵਾਲਾ ਦੇ ਨਜ਼ਦੀਕ ਕਸਬਾ ਐਮਨਾਬਾਦ ਹੈ। ਐਮਨਾਬਾਦ ਵਿੱਚ ਜਾਤੀ ਨਾਮ ਦਾ ਇੱਕ ਬ੍ਰਾਹਮਣ ਰਹਿੰਦਾ ਸੀ, ਜਿਸ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਫੇਰੂ ਸੀ। ਫੇਰੂ ਦੀ ਘਰਵਾਲੀ ਦਾ ਨਾਮ ਦੇਵੀ ਸੀ। ਉਸ ਸਮੇਂ ਅਕਬਰ ਰਾਜੇ ਦਾ ਰਾਜ ਸੀ। ਇਹ ਕਹਾਣੀ ਤਕਰੀਬਨ 1550 ਤੋਂ ਲੈ ਕੇ 1505 ਈਸਵੀ ਤੱਕ ਦੇ ਸਮੇਂ ਦੀ ਹੈ। ਕਹਿੰਦੇ ਨੇ ਕਿ ਜਦੋਂ ਜਾਤੀ ਆਪਣੀ ਜ਼ਿੰਦਗੀ ਦੇ ਆਖਰੀ ਸਵਾਸ ਲੈ ਰਿਹਾ ਸੀ, ਤਦ ਉਸਨੇ ਆਪਣੇ ਪੁੱਤਰ ਫੇਰੂ ਨੂੰ ਆਪਣੇ ਕੋਲ ਬੁਲਾਇਆ ਤੇ ਬੜੇ ਹੀ ਪਿਆਰ ਨਾਲ ਉਪਦੇਸ਼ ਦਿੱਤਾ। ਮੇਰੇ ਬੱਚੇ, ਤੇਰਾ ਜਨਮ ਲੱਖ ਦਾਤਾ ਲਾਲਾ ਵਾਲੇ ਪੀਰ ਸਕੇ ਸਰਬਤ ਦੀ ਕਿਰਪਾ ਨਾਲ ਵੀ ਹੋਇਆ ਹੈ। ਮੈਂ ਸਾਰੀ ਉਮਰ ਉਹਨਾਂ ਦੀ ਪੂਜਾ ਕੀਤੀ ਹੈ। ਹੁਣ ਮੇਰੀ ਮੌਤ ਤੋਂ ਬਾਅਦ ਇੱਕ ਨੇਕ ਕੰਮ ਤੂੰ ਪੂਰਾ ਕਰਨਾ ਹੈ। ਇਸ ਲਈ ਉਹਨਾਂ ਦਾਤਿਆਂ ਦੇ ਪੂਜਾ ਸਥਾਨ ਤੇ ਜਾ ਕੇ ਸਜਦਾ ਸਲਾਮ ਨਿਤਨੇਮ ਕਰਿਆ ਕਰੀ। ਪਿਤਾ ਦੀ ਮੌਤ ਤੋਂ ਬਾਅਦ ਫੇਰੂ ਆਪਣੇ ਪਿਤਾ ਜਾਤੀ ਦੇ ਕਹੇ ਅਨੁਸਾਰ ਹਰ ਰੋਜ਼ ਚੱਕੀ ਸੁਲਤਾਨ ਦੇ ਪੂਜਾ ਸਥਾਨ ਤੇ ਜਾਣ ਲੱਗਾ। ਕਹਿੰਦੇ ਨੇ ਕਿ ਉਹ ਇੱਕ ਸਮੇਂ ਬਹੁਤ ਹੀ ਜ਼ਿਆਦਾ ਗਰੀਬ ਹੋ ਗਿਆ, ਤਦ ਵੀ ਉਸਨੇ ਪੀਰ ਨੂੰ ਯਾਦ ਕਰਨਾ ਨਹੀਂ ਛੱਡਿਆ। ਇੱਕ ਦਿਨ ਉਸਨੇ ਸੋਚਿਆ ਕਿ ਜੇ ਸਖੀ ਸਰਵਰ ਮੈਨੂੰ ਅਹਿਮਦਾਬਾਦ ਦਾ ਗਵਰਨਰ ਬਣਾ ਦੇਵੇ ਤਾਂ ਮੈਂ ਉਹਨਾਂ ਲਈ ਇੱਕ ਸ਼ਾਨਦਾਰ ਪੂਜਾ ਸਥਾਨ ਬਣਾਵਾਂਗਾ। ਕਹਿੰਦੇ ਨੇ ਕਿ ਪਰਮਾਤਮਾ ਇੱਕ ਸੱਚੀ ਫਰਿਆਦ ਬਹੁਤ ਛੇਤੀ ਮਨਜ਼ੂਰ ਕਰਦਾ ਹੈ। ਲੱਖ ਦਾਤਾ ਨੇ ਫੇਰੂ ਦੀ ਦਿਲੀ ਫਰਿਆਦ ਮਨਜ਼ੂਰ ਕਰ ਲਈ। ਤਦ ਸਖੀ ਸਰਵਰ ਨੇ ਆਪਣੇ ਦੂਤ ਭੈਰੋਂ ਨੂੰ ਬਾਦਸ਼ਾਹ ਅਕਬਰ ਨੂੰ ਸੁਪਨੇ ਵਿੱਚ ਡਰਾਉਣ ਤੇ ਅਹਿਮਦਾਬਾਦ ਦਾ ਰਾਜ ਦੇਣ ਦਾ ਹੁਕਮ ਦੇ ਦਿੱਤਾ। ਭੈਰੋਂ ਨੇ ਇਸੇ ਤਰ੍ਹਾਂ ਹੀ ਕੀਤਾ। ਭੈਰੋਂ ਤੋਂ ਡਰ ਕੇ ਅਕਬਰ ਨੇ ਪੁੱਛਿਆ ਕਿ ਤੂੰ ਕੀ ਚਾਹੁੰਦਾ ਹੈ। ਭੈਰੋਂ ਨੇ ਉੱਤਰ ਦਿੱਤਾ ਕਿ ਮੇਰੇ ਮਿੱਤਰ ਫੇਰੂ ਬ੍ਰਾਹਮਣ ਨੂੰ ਕੱਲ ਤੋਂ ਹੀ ਅਹਿਮਦਾਬਾਦ ਦਾ ਗਵਰਨਰ ਬਣਾ ਦਿੱਤਾ ਜਾਵੇ, ਨਹੀਂ ਤਾਂ ਮੈਂ ਤੈਨੂੰ ਬਹੁਤ ਦੁੱਖ ਤੇ ਤਕਲੀਫਾਂ ਦੇਵਾਂਗਾ। ਦਿਨ ਚੜ੍ਹਿਆ, ਡਰਦੇ ਮਾਰੇ ਅਕਬਰ ਨੇ ਸੁਪਨੇ ਵਾਲੀ ਗੱਲ ਨੂੰ ਸਾਕਾਰ ਕਰਨ ਲਈ ਇੱਕ ਘੋੜ ਸਵਾਰ ਨੂੰ ਫੇਰੂ ਵਾਸਤੇ ਸੁੰਦਰ ਪੁਸ਼ਾਕਾਂ ਦੇ ਕੇ ਭੇਜਿਆ ਤੇ ਸ਼ਾਹੀ ਸਨਮਾਨ ਨਾਲ ਦਰਬਾਰ ਵਿੱਚ ਲਿਆਉਣ ਲਈ ਕਿਹਾ। ਰਾਜੇ ਅਕਬਰ ਦਾ ਸਿਪਾਹੀ ਅਹਿਮਦਾਬਾਦ ਵਿੱਚ ਪੁੱਜ ਕੇ ਫੇਰੂ ਬ੍ਰਾਹਮਣ ਦੀ ਭਾਲ ਕਰਨ ਲੱਗਾ। ਜਦੋਂ ਫੇਰੂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਡਰ ਗਿਆ ਕਿ ਪਤਾ ਨਹੀਂ ਮੈਨੂੰ ਕਿਉਂ ਰਾਜੇ ਨੇ ਬੁਲਾਇਆ ਹੈ। ਆਖਰ ਹੌਲੀ ਹੌਲੀ ਉਸ ਨੂੰ ਸੂ ਲੱਗੇ ਕਿ ਰਾਜੇ ਨੇ ਸ਼ਾਹੀ ਸਨਮਾਨ ਨਾਲ ਆਉਣ ਲਈ ਕਿਹਾ ਹੈ। ਤਦ ਉਹ ਹੈਰਾਨ ਹੋ ਕੇ ਸਿਪਾਹੀ ਨੂੰ ਮਿਲਿਆ। ਸਿਪਾਹੀ ਨੇ ਬੜੇ ਹੀ ਸਨਮਾਨ ਸਤਿਕਾਰ ਨਾਲ ਫੇਰੂ ਬ੍ਰਾਹਮਣ ਨੂੰ ਸਾਰੀ ਗੱਲ ਸਮਝਾ ਕੇ ਇਸ਼ਨਾਨ ਕਰਵਾਇਆ, ਸ਼ਾਹੀ ਪੁਸ਼ਾਕ ਪਾਈ ਤੇ ਕਿਹਾ ਕਿ ਰਾਜਾ ਅਕਬਰ ਵੱਲੋਂ ਆਪ ਜੀ ਨੂੰ ਅਹਿਮਦਾਬਾਦ ਦਾ ਗਵਰਨਰ ਬਣਾ ਦਿੱਤਾ ਗਿਆ ਹੈ। ਇਹ ਸੁਣ ਕੇ ਫੇਰੂ ਬ੍ਰਾਹਮਣ ਖੁਸ਼ੀ ਨਾਲ ਝੂਮ ਉੱਠਿਆ ਤੇ ਲੱਖ ਦਾਤਾ ਦੀ ਜੈ ਜੈਕਾਰ ਕਰਨ ਲੱਗ ਪਿਆ। ਸਾਧ ਸੰਗਤ ਜੀ, ਫੇਰੂ ਬ੍ਰਾਹਮਣ ਇੱਕ ਹਿੰਦੂ ਸੀ, ਸਖੀ ਸਰਵਰ ਮੁਸਲਮਾਨ ਸੀ। ਇਸ ਕਰਕੇ ਅਹਿਮਦਾਬਾਦ ਦੇ ਲੋਕ ਸਖੀ ਸਰਵਰ ਦਾ ਸੇਵਕ ਹੋਣ ਕਰਕੇ ਫੇਰੂ ਬ੍ਰਾਹਮਣ ਨਾਲ ਦਿਲੋਂ ਘਿਰਣਾ ਕਰਦੇ ਸਨ। ਇੱਕ ਵਾਰ ਦੀ ਗੱਲ ਹੈ, ਫੇਰੂ ਦੇ ਇੱਕ ਜਾਤੀ ਭਰਾ ਨੇ ਉਸਨੂੰ ਸਖੀ ਸਰਵਰ ਦਾ ਚੇਲਾ ਹੋਣ ਕਾਰਨ ਇੱਕ ਵਿਆਹ ਵਿੱਚ ਸ਼ਾਮਲ ਹੋਣ ਦੀ ਆਗਿਆ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਫੇਰੂ ਜਾਂ ਤਾਂ ਮੁਸਲਮਾਨ ਦੀ ਸੇਵਾ ਕਰਨੀ ਤੇ ਉਸਨੂੰ ਮੰਨਣਾ ਛੱਡ ਦੇ ਜਾਂ ਸਾਡੀ ਹਿੰਦੂ ਬਰਾਦਰੀ ਨੂੰ ਹੀ ਛੱਡ ਦੇ। ਫੇਰੂ ਬ੍ਰਾਹਮਣ ਦੁਚਿੱਤੀ ਵਿੱਚ ਪੈ ਗਿਆ। ਰਾਜ ਭਾਗ ਤੇ ਧਨ ਦੌਲਤ ਦੇ ਮੋਹ ਨੇ ਉਸਨੂੰ ਸਖੀ ਸਰਵਰ ਹੀ ਭੁਲਾ ਦਿੱਤਾ। ਆਖਿਰ ਉਸਨੇ ਕਿਹਾ ਕਿ ਮੈਂ ਹਿੰਦੂ ਬਰਾਦਰੀ ਨੂੰ ਨਹੀਂ ਛੱਡ ਸਕਦਾ, ਮੈਨੂੰ ਵਿਆਹ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਵੇ। ਇਹਨਾਂ ਕਹਿਣ ਦੀ ਹੀ ਦੇਰ ਸੀ ਤਦ ਲੱਖ ਦਾਤਾ ਜੀ ਨੇ ਆਪਣਾ ਕ੍ਰਿਸ਼ਮਾ ਦਿਖਾ ਦਿੱਤਾ। ਹੋਇਆ ਇੰਜ ਕਿ ਉਸ ਵੇਲੇ ਫੇਰੂ ਬ੍ਰਾਹਮਣ ਦੇ ਸਰੀਰ ਤੇ ਕੋਹੜ ਪੈ ਗਿਆ ਤੇ ਸਾਰਾ ਰਾਜ ਭਾਗ ਜਾਂਦਾ ਰਿਹਾ। ਕੋਹੜ ਹੋਣ ਦੇ ਬਾਵਜੂਦ ਵੀ ਫੇਰੂ ਨੂੰ ਲੱਖ ਦਾਤਾ ਜੀ ਦੀ ਯਾਦ ਨਹੀਂ ਆਈ। ਐਡੀ ਬਿਮਾਰੀ ਹੋਣ ਕਰਕੇ ਫੇਰੂ ਨੂੰ ਵਿਆਹ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ। ਆਖਰ ਉਸਦੇ ਭਰਾਵਾਂ ਨੇ ਉਸਦੇ ਵੱਖਰੇ ਰਹਿਣ ਲਈ ਇੱਕ ਝੌਂਪੜੀ ਬਣਾ ਦਿੱਤੀ। ਇਸ ਤਰਸਯੋਗ ਹਾਲਤ ਵਿੱਚ ਇੱਕ ਬੁੱਢੀ ਨੌਕਰਾਣੀ ਤੋਂ ਬਿਨਾਂ ਸਾਰੇ ਉਸ ਨੂੰ ਭੁੱਲ ਗਏ। ਉਹ ਨੌਕਰਾਣੀ ਹੀ ਆਪਣੇ ਰੋਜ਼ਾਨਾ ਖਾਣ ਵਾਲੇ ਭੋਜਨ ਵਿੱਚੋਂ ਫੇਰੂ ਨੂੰ 4 ਫੁਲਕੇ ਖਾਣ ਲਈ ਦੇਣ ਆਉਂਦੀ ਸੀ। ਇੱਕ ਦਿਨ ਉਸਨੇ ਦੇਖਿਆ ਕਿ ਫੇਰੂ ਨੇ 4 ਫੁਲਕਿਆਂ ਵਿੱਚੋਂ 2 ਫੁਲਕੇ ਆਪ ਖਾ ਲਏ ਹਨ, 2 ਪੰਛੀਆਂ ਨੂੰ ਪਾ ਦਿੱਤੇ ਹਨ। ਉਸ ਤੋਂ ਬਾਅਦ ਉਸਨੇ 2 ਫੁਲਕੇ ਫੇਰੂ ਨੂੰ ਦੇਣੇ ਸ਼ੁਰੂ ਕਰ ਦਿੱਤੇ ਤੇ 2 ਆਪ ਖਾਣ ਲੱਗ ਪਈ। ਸਾਧ ਸੰਗਤ ਜੀ, ਸਖੀ ਸਰਵਰ ਨੇ ਫੇਰੂ ਨੂੰ ਇਸ ਲਈ ਹੋੜ ਬਣਾਇਆ ਸੀ ਕਿ ਉਸਦੇ ਸੰਬੰਧੀ ਉਸਨੂੰ ਛੱਡ ਦੇਣ ਅਤੇ ਜਦੋਂ ਉਸਨੂੰ ਭੁੱਖ ਦੀ ਤਕਲੀਫ ਮਹਿਸੂਸ ਹੋਵੇਗੀ ਤਾਂ ਉਹ ਫਿਰ ਸਖੀ ਸਰਵਰ ਦਾ ਚੇਲਾ ਬਣ ਜਾਵੇਗਾ। ਪਰ ਇਹ ਪਤਾ ਲੱਗਣ ਤੇ ਕਿ ਇੱਕ ਬੁੱਢੀ ਔਰਤ ਉਸਨੂੰ ਆਪਣੇ ਹਿੱਸੇ ਦਾ ਆਧਾ ਭੋਜਨ ਖਵਾਉਂਦੀ ਹੈ, ਤਦ ਲੱਖ ਦਾਤਾ ਜੀ ਨੇ ਭੈਰੋਂ ਨੂੰ ਹੁਕਮ ਦਿੱਤਾ ਕਿ ਉਸ ਨੌਕਰਾਣੀ ਨੂੰ ਭੋਜਨ ਦੇਣ ਤੋਂ ਮਨਾ ਕਰੋ। ਇਸ ਕਰਕੇ ਦੂਸਰੇ ਦਿਨ ਫੇਰੂ ਬ੍ਰਾਹਮਣ ਵੱਲ ਜਾਂਦੀ ਬੁੱਢੀ ਨੂੰ ਰਸਤੇ ਵਿੱਚ ਮਿਲ ਪਿਆ। ਜਦ ਤੇਰਾ ਮਾਲਕ ਹੀ ਕੋਹੜ ਦਾ ਰੋਗੀ ਹੈ ਤਾਂ ਉਸ ਦਾ ਆਪਣਾ ਕੋਈ ਸੰਬੰਧੀ ਉਸਦੇ ਨੇੜੇ ਨਹੀਂ ਜਾਂਦਾ ਤਾਂ ਤੂੰ ਕਿਉਂ ਜਾਣੀ ਹੈ? ਜੇ ਤੈਨੂੰ ਵੀ ਉਹਦੇ ਵਾਲੀ ਬਿਮਾਰੀ ਲੱਗ ਗਈ ਤਾਂ ਤੇਰੀ ਦੇਖਭਾਲ ਕੌਣ ਕਰੇਗਾ? ਜਦ ਕਿ ਇੰਨਾ ਵੱਡਾ ਵਿਅਕਤੀ ਰਾਜ ਭਾਗ ਦਾ ਮਾਲਕ ਫੇਰੂ ਬ੍ਰਾਹਮਣ ਨੂੰ ਵੀ ਵਿਸਾਰ ਦਿੱਤਾ ਗਿਆ ਹੈ। ਜੇ ਤੂੰ ਆਪਣੇ ਉਸ ਮਾਲਕ ਦੀ ਸੇਵਾ ਕਰਨੀ ਹੈ ਤਾਂ ਮੇਰੀ ਨਸੀਹਤ ਮੰਨ ਲੈ। ਰੋਟੀਆਂ ਇੱਕ
ਇੱਕ ਬਾਂਸ ਦੇ ਸਿਰੇ ਤੇ ਬੰਨ ਕੇ ਦੂਰੋਂ ਹੀ ਉਸ ਵੱਲ ਸੁੱਟ ਦਿਆ ਕਰ। ਇਸ ਤਰ੍ਹਾਂ ਤੇਰਾ ਧਰਮ ਵੀ ਰਹਿ ਜਾਵੇਗਾ ਤੇ ਤੂੰ ਬਿਮਾਰੀ ਤੋਂ ਵੀ ਬਚ ਜਾਵੇਂਗੀ। ਇਹ ਕਹਿ ਕੇ ਭੈਰੋ ਅਲੋਪ ਹੋ ਗਿਆ। ਉਸ ਬੁੱਢੀ ਨੇ ਉਸੇ ਤਰ੍ਹਾਂ ਹੀ ਕੀਤਾ। ਇਹ ਦੇਖ ਫੇਰੂ ਨੂੰ ਬਹੁਤ ਗੁੱਸਾ ਲੱਗਾ। ਉਸਨੇ ਰੋਣ ਹੱਕੀ ਆਵਾਜ਼ ਵਿੱਚ ਕਿਹਾ ਕਿ ਜੇ ਇਸ ਤਰ੍ਹਾਂ ਕੁੱਤਿਆਂ ਵਾਂਗੂ ਹੀ ਭੋਜਨ ਦੇਣਾ ਹੈ, ਅੱਜ ਤੋਂ ਬਾਅਦ ਭੋਜਨ ਲਿਆਉਣਾ ਬੰਦ ਕਰ ਦੇਵੀਂ। ਫੇਰੂ ਦੀ ਇਹ ਫਿਟਕਾਰ ਸੁਣ ਕੇ ਬੁੱਢੀ ਨੇ ਭੋਜਨ ਲਿਆਉਣਾ ਬੰਦ ਕਰ ਦਿੱਤਾ। ਜਦੋਂ ਫੇਰੂ ਭੁੱਖ ਨਾਲ ਤੜਫਣ ਲੱਗਾ ਤਾਂ ਆਪਣੇ ਸਭ ਪਰਾਏ ਹੋ ਗਏ। ਉਸਨੇ ਆਪਣੇ ਦਾਤਾ ਸਗੀ ਸਰਵਰ ਦੀ ਯਾਦ ਆਈ ਤੇ ਲਖ ਦਾਤਾ ਜੀ ਨੂੰ ਯਾਦ ਕਰਨ ਲੱਗ ਪਿਆ। ਸਾਧ ਸੰਗਤ ਜੀ, ਸਿਆਣੇ ਦੱਸਦੇ ਹਨ ਕਿ ਜੇ ਇਨਸਾਨ ਆਪਣੀ ਗਲਤੀ ਤੋਂ ਤੋਬਾ ਕਰ ਲਵੇ ਤਾਂ ਇਨਸਾਨ ਦਾ ਹੀ ਉਸ ਨੂੰ ਰੱਬ ਵੀ ਮੁਆਫ ਕਰ ਦਿੰਦਾ ਹੈ। ਇਸੇ ਤਰ੍ਹਾਂ ਫੇਰੂ ਦੇ ਲੱਖ ਤਰਲੇ ਕਰਨ ਪਿੱਛੋਂ ਇਹਨਾਂ ਦੇ ਪੀਰ ਲਖ ਦਾਤਾ ਸਗੀ ਸਰਵਰ ਜੀ ਨੇ ਉਸ ਉੱਤੇ ਤਰਸ ਕੀਤਾ ਅਤੇ ਭੈਰੋ ਨੂੰ ਨਾਲ ਲੈ ਕੇ ਘੋੜੀ ਤੇ ਸਵਾਰ ਹੋ ਕੇ ਫੇਰੂ ਦੀ ਝੌਂਪੜੀ ਕੋਲ ਆ ਗਏ ਤੇ ਕਿਹਾ ਕਿ ਭਾਈ ਕਾਬਲ ਨੂੰ ਕਿਹੜੀ ਸੜਕ ਜਾਂਦੀ ਹੈ। ਤਦ ਫੇਰੂ ਨੇ ਕਿਹਾ ਕਿ ਤੁਸੀਂ ਕਾਬਲ ਕੀ ਕਰਨ ਚੱਲੇ ਹੋ। ਜਵਾਬ ਵਿੱਚ ਸਗੀ ਸਰਵਰ ਕਹਿਣ ਲੱਗੇ ਕਿ ਅਸੀਂ ਦਿੱਲੀ ਦੇ ਹਾਕਿਮ ਹਾਂ। ਕਾਬਲ ਦੇ ਰਾਜੇ ਨੂੰ ਕਿੱਸਾ ਸ਼ਾਸਤਰ ਪੜ੍ਹਾਉਣ ਲਈ ਭੇਜੇ ਗਏ ਹਨ। ਫੇਰੂ ਨੇ ਕਿਹਾ ਕਿ ਜੇ ਤੁਸੀਂ ਚਾਹੋ ਤਾਂ ਮੇਰਾ ਇਲਾਜ ਕਰੋ, ਮੈਂ ਤੁਹਾਨੂੰ ਜ਼ਿੰਦਗੀ ਭਰ ਯਾਦ ਰੱਖਾਂਗਾ ਤੇ ਇਹ ਅਹਿਸਾਨ ਮਰਦੇ ਦਮ ਤੱਕ ਨਹੀਂ ਭੁੱਲਾਂਗਾ। ਦਾਤਾ ਜੀ ਕਹਿਣ ਲੱਗੇ ਕਿ ਅਸੀਂ ਇਲਾਜ ਕਰ ਦਿੰਦੇ ਹਾਂ, ਪਰ ਇਸ ਦੇ ਬਦਲੇ ਵਿੱਚ ਅਸੀਂ ਘੋੜੀ ਲਈ ਖੁਰਾਕ ਲਵਾਂਗੇ। ਇਹਨਾਂ ਕਹਿ ਕੇ ਉਹਨਾਂ ਨੇ ਆਪਣੀ ਦ੍ਰਿਸ਼ਟੀ ਜ਼ਮੀਨ ਤੇ ਪਾਈ ਤੇ ਆਪਣੇ ਛਾਂਟੇ ਨਾਲ ਯਾਨੀ ਕਿ ਚਾਬੁਕ ਨਾਲ ਜ਼ਮੀਨ ਨੂੰ ਖੋਦਿਆ। ਤਦ ਉਸ ਵਿੱਚੋਂ ਪਾਣੀ ਦਾ ਚਸ਼ਮਾ ਫੁੱਟ ਪਿਆ। ਦਾਤਾ ਜੀ ਨੇ ਉਸੇ ਪਾਣੀ ਵਿੱਚ ਥੋੜੀ ਜਿਹੀ ਮਿੱਟੀ ਘੋਲ ਕੇ ਕਿਹਾ ਕਿ ਲੈ ਖੁਦਾ ਪਾਕ ਦੇ ਬੰਦਿਆ, ਇਸ ਨੂੰ ਦਹੀਂ ਤੇ ਮਲ ਲੈ ਤੇ ਕੁਝ ਪੀ ਲੈ, ਅੱਲਾਹ ਤਾਲਾ ਮਿਹਰ ਕਰੇਗਾ। ਫੇਰੂ ਬੜੀ ਹੈਰਾਨੀ ਨਾਲ ਉਸ ਨੂੰ ਦੇਖਣ ਲੱਗਾ ਤੇ ਨਾ ਚਾਹੁੰਦਿਆਂ ਵੀ ਮਿੱਟੀ ਵਾਲਾ ਪਾਣੀ ਪੀ ਲਿਆ ਤੇ ਕੁਝ ਦੇ ਤੇ ਮਲਣ ਲੱਗਾ। ਤਦ ਉਸ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ, ਕਿਉਂਕਿ ਜਿਉਂ-ਜਿਉਂ ਉਹ ਮਿੱਟੀ ਦਹੀਂ ਤੇ ਮਲ ਰਿਹਾ ਸੀ ਤਿਉਂ ਤੋਂ ਉਸ ਦਾ ਕੋੜ ਖਤਮ ਹੋ ਰਿਹਾ ਸੀ। ਉਹ ਦਾਤਾ ਜੀ ਦੇ ਚਰਨੀ ਪੈ ਗਿਆ ਤੇ ਕਹਿਣ ਲੱਗਿਆ, ਤੁਸੀਂ ਸੱਚੋ ਸੱਚ ਦੱਸੋ ਕੌਣ ਹੋ? ਤੁਸੀਂ ਹਕੀਮ ਨਹੀਂ, ਤੁਸੀਂ ਕੋਈ ਰਹਿਬਰ ਹੋ। ਦਾਤਿਆਂ ਨੇ ਜਵਾਬ ਦਿੱਤਾ ਕਿ ਅਸੀਂ ਹਾਕਿਮ ਹੀ ਹਾਂ। ਕਿ ਤੇਰੀ ਮਰਜ਼ੀ ਹੈ ਕਿ ਤੂੰ ਸਾਨੂੰ ਰਹਿਬਰ ਜਾਂ ਸਕੀ ਸਰਵਰ ਕਹੇ, ਪਰ ਸਾਡੇ ਘੋੜੇ ਲਈ ਜਿਹੜੀ ਖੁਰਾਕ ਅਸੀਂ ਤੁਥੋਂ ਮੰਗੀ ਸੀ ਉਹ ਸਾਨੂੰ ਦੇ ਤੇ ਅਸੀਂ ਚਲਦੇ ਹੋਈਏ। ਫਿਰ ਉਹ ਦਾਤਿਆਂ ਦੇ ਚਰਨ ਫੜ ਕੇ ਕਹਿਣ ਲੱਗਾ ਕਿ ਮੈਂ ਖੁਰਾਕ ਲੈਣ ਲਈ ਉੱਠਿਆ ਤਾਂ ਤੁਸੀਂ ਮੈਨੂੰ ਛੱਡ ਕੇ ਚਲੇ ਜਾਓਗੇ। ਦਾਤਾ ਜੀ ਨੇ ਵੇਖਿਆ ਕਿ ਇਹ ਤਾਂ ਜਿੱਦ ਕਰੀ ਬੈਠਾ ਹੈ ਤਾਂ ਉਹਨਾਂ ਨੇ ਆਪਣਾ ਚਾਬੁਕ ਨਾ ਸੁੱਟ ਦਿੱਤਾ ਤੇ ਕਿਹਾ ਕਿ ਸਾਨੂੰ ਸਾਡਾ ਚਾਬੁਕ ਤਾਂ ਫੜਾ। ਜਿਉਂ ਹੀ ਫਿਰ ਉਹ ਚਾਬੁਕ ਚੁੱਕਣ ਲਈ ਉੱਠਿਆ ਤਾਂ ਦਾਤਾ ਜੀ ਅੱਖਾਂ ਤੋਂ ਓਲੇ ਹੋ ਗਏ। ਫਿਰ ਉਹ ਹੱਥ ਮਲਦਾ ਹੀ ਰਹਿ ਗਿਆ। ਫਿਰ ਉਹ ਘਰ ਵਾਪਸ ਆ ਗਿਆ। ਸਾਰੇ ਘਰ ਵਾਲੇ ਦੇ ਸੰਬੰਧੀ ਪਿਆਰ ਕਰਨ ਲੱਗੇ, ਪਰ ਫਿਰ ਉਹਦਾ ਦਿਲ ਸਭ ਤੋਂ ਉਕਤ ਹੋ ਗਿਆ ਸੀ। ਦਿਲ ਵਿੱਚ ਵਿਚਾਰ ਕੀਤੀ ਕਿ ਮੈਂ ਬੀਬੀ ਬਾਈ ਦੇ ਹੱਥੋਂ ਭੋਜਨ ਖਾਵਾਂਗਾ ਤੇ ਸਖੀ ਸਰਵਰ ਤੋਂ ਵਰਦਾਨ ਪ੍ਰਾਪਤ ਕਰਾਂਗਾ। ਨਿਗਾਹੇ ਨੂੰ ਚਲਦਿਆਂ ਕਿੰਮੂ ਘਾਟੀ ਪਹੁੰਚ ਕੇ ਦਰਿਆ ਰਾਵੀ ਦੇ ਕੰਢੇ ਬੈਠ ਗਿਆ। ਲਖ ਦਾਤਾ ਜੀ ਨੇ ਫੇਰੂ ਨੂੰ ਛਾਂ ਬੋੜਨ ਵਾਸਤੇ ਭੈਰੋ ਨੂੰ ਇੱਕ ਦੋਹਲੇ ਦੇ ਰੂਪ ਵਿੱਚ ਭੇਜਿਆ। ਉਹ ਫੇਰੂ ਸਾਹਮਣੇ ਆਇਆ ਤੇ ਪੁੱਛਿਆ ਕਿ ਉਹ ਉੱਥੇ ਕਿਵੇਂ ਬੈਠਾ ਹੈ। ਫੇਰੂ ਨੇ ਕਿਹਾ ਕਿ ਮੈਂ ਨਿਗਾਹੇ ਨੂੰ ਜਾਣਾ ਹੈ। ਤਦ ਭੈਰੋ ਨੇ ਕਿਹਾ ਕਿ ਇੰਨੇ ਖਰਾਬ ਮੌਸਮ ਵਿੱਚ ਨਿਗਾਹੇ ਕੌਣ ਜਾਂਦਾ ਤੇ ਦਰਿਆ ਵੀ ਚੜਿਆ ਹੋਇਆ ਹੈ। ਭਲੇ ਮਾਨਸਾ, ਇਸ ਤੂਫਾਨੀ ਮੌਸਮ ਵਿੱਚ ਦਰਿਆ ਨੂੰ ਪਾਰ ਕਰਨਾ ਬਹੁਤ ਔਖਾ ਹੈ। ਇਸ ਕਰਕੇ ਤੂੰ ਚੰਗੀ ਕਰਕੇ ਛਾਂ ਆਪਣੇ ਘਰ ਨੂੰ ਮੁੜ ਜਾ, ਦੁਬਾਰਾ ਫਿਰ ਕਦੇ ਯਾਤਰੀਆਂ ਸੰਗ ਆ ਜਾਵੀਂ। ਫੇਰੂ ਨੇ ਬੜੇ ਹੀ ਦ੍ਰਿੜ ਇਰਾਦੇ ਨਾਲ ਭੈਰੋ ਨੂੰ ਕਿਹਾ ਕਿ ਮੈਂ ਤਾਂ ਜਾਵਾਂਗਾ ਹੀ ਜਾਵਾਂਗਾ। ਸਾਧ ਸੰਗਤ ਜੀ, ਫੇਰੂ ਬ੍ਰਾਹਮਣ ਦਾ ਦ੍ਰਿੜ ਇਰਾਦਾ, ਪੂਰਨ ਵਿਸ਼ਵਾਸ ਤੇ ਲਖ ਦਾਤਾ ਦੇ ਪ੍ਰਤੀ ਸੱਚੀ ਸ਼ਰਧਾ ਵੇਖ ਕੇ ਭੈਰੋ ਦਾ ਦਿਲ ਬਹੁਤ ਖੁਸ਼ ਹੋਇਆ। ਤਦ ਉਸਨੇ ਕਿਹਾ ਕਿ ਜੇ ਤੂੰ ਜ਼ਰੂਰੀ ਨਿਗਾਹੇ ਜਾਣਾ ਹੈ ਤਾਂ ਇਹ ਛੱਲਾ ਮਾਰ ਦੇ, ਰਾਵੀ ਦਰਿਆ ਨੂੰ ਪਾਰ ਕਰਨ ਲਈ ਮੇਰੀ ਇਸ ਘਾਹ ਦੀ ਚਟਾਈ ਤੇ ਬੈਠ ਜਾ ਅਤੇ ਆਪਣੀਆਂ ਅੱਖਾਂ ਬੰਦ ਕਰ ਲੈ। ਤਦ ਫਿਰ ਉਹਨੇ ਇਸ ਤਰ੍ਹਾਂ ਹੀ ਕੀਤਾ। ਜਦ ਅੱਖਾਂ ਖੋਲੀਆਂ ਤਾਂ ਕੀ ਦੇਖਦਾ ਹੈ, ਉਹ ਪਲਾਂ 'ਚ ਹੀ ਰਾਵੀ ਦਰਿਆ ਦੇ ਦੂਸਰੇ ਕੰਢੇ ਪਹੁੰਚ ਗਿਆ ਹੈ। ਦੂਸਰੇ ਹੀ ਪਲਾਂ ਤੱਕਿਆ ਨਾ ਤਾਂ ਉੱਥੇ ਚਟਾਈ ਸੀ ਤੇ ਨਾ ਹੀ ਚਟਾਈ ਵਾਲਾ ਉਹ ਦੋਹਲਾ। ਖੁਦਾ ਦੀ ਰਹਿਮਤ ਸਮਝ ਕੇ ਫੇਰੂ ਅਗਾਂਹ ਚੱਲ ਪਿਆ। ਅੱਗੇ ਜਾ ਕੇ ਸਤਲੁਜ ਦਰਿਆ ਆ ਗਿਆ। ਉਸਨੂੰ ਵੀ ਪਾਰ ਕਰਨਾ ਔਖਾ ਸੀ। ਅਜੇ ਉਹ ਸੋਚ ਹੀ ਰਿਹਾ ਸੀ, ਇੱਕ ਆਜੜੀ ਦੇ ਰੂਪ ਵਿੱਚ ਭੈਰੋ ਫੇਰੂ ਦੇ ਕੋਲ ਆਇਆ। ਕਿਉਂ ਭਰਾਵਾ ਪਰੇਸ਼ਾਨ ਹੈ? ਤਦ ਫੇਰੂ ਨੇ ਆਪਣੇ ਨਿਗਾਹੇ ਜਾਣ ਦੀ ਗੱਲ ਦੱਸੀ ਤੇ ਦਰਿਆ ਪਾਰ ਕਰਾਉਣ ਲਈ ਕਿਹਾ। ਆਜੜੀ ਨੇ ਕਿਹਾ ਕਿ ਤੂੰ ਆਪਣੇ ਮੁਰਸ਼ਦ ਦਾ ਨਾਮ ਲੈ ਕੇ ਇਸ ਕਾਹਨੇ ਉੱਪਰ ਬੈਠ ਜਾ, ਖੁਦਾ ਤਾਲਾ ਰਹਿਮਤ ਕਰੇਗਾ। ਫੇਰੂ ਨੇ ਉਸੇ ਤਰ੍ਹਾਂ ਹੀ ਕੀਤਾ ਤੇ ਕਾਹਨੇ ਉੱਤੇ ਬੈਠ ਕੇ ਸਤਲੁਜ ਦਰਿਆ ਪਾਰ ਕਰ ਲਿਆ। ਫੇਰੂ ਨੇ ਦੂਜੇ ਕੰਢੇ ਵੱਲ ਤੱਕਿਆ ਤੇ ਉਹ ਆਜੜੀ ਵਿੱਚ ਗਾਇਬ ਹੋ ਗਿਆ। ਫਿਰ ਫੇਰੂ ਨੂੰ ਸ਼ੱਕ ਪੈ ਗਿਆ ਕਿ ਇਹ ਉਹ ਆਦਮੀ ਸੀ ਜਿਸ ਨੇ ਮੇਰੀ ਰਾਵੀ ਦਰਿਆ ਪਾਰ ਕਰਨ ਵਿੱਚ ਸਹਾਇਤਾ ਕੀਤੀ ਸੀ। ਇਹ ਮਨੁੱਖ ਕੋਈ ਸਾਧਾਰਨ ਨਹੀਂ ਹੋ ਸਕਦਾ, ਸ਼ਾਇਦ ਸਗੀ ਸਰਵਰ ਪੀਰ ਹੀ ਸੀ। ਇਹ ਸੋਚਦਾ ਨਿਗਾਹੇ ਪਹੁੰਚ ਗਿਆ। ਉੱਥੇ ਸਗੀ ਸਰਵਰ ਖੁਦ ਆਪ ਰੋੜੇ ਦੇ ਪੇਸ ਵਿੱਚ ਆਏ
ਤੇ ਫਿਰ ਉਹਨੂੰ ਆਪਣੇ ਘਰ ਵਿੱਚ ਭੋਜਨ ਖਾਣ ਨੂੰ ਕਿਹਾ ਤੇ ਦੱਸਿਆ ਕਿ ਸਾਡੇ ਪਿੰਡ ਵਿੱਚ ਕੋਈ ਬ੍ਰਾਹਮਣ ਨਹੀਂ ਹੈ, ਇਸ ਲਈ ਅਸੀਂ ਭੋਜਨ ਛਕਾਉਣਾ ਹੈ। ਬੀਬੀ ਬਾਈ ਨੇ ਖੁਦ ਆ ਫੇਰੂ ਲਈ ਸੋਨੇ ਦੇ ਬਰਤਨ ਵਿੱਚ ਖਾਣਾ ਪਰੋਸਿਆ। ਭੋਜਨ ਛਕਾਉਣ ਤੋਂ ਬਾਅਦ ਸਖੀ ਸਰਬਤ ਜੀ ਨੇ ਫੇਰੂ ਨੂੰ ਸ਼ਾਮ ਅਰੋੜੇ ਦੇ ਪੇਸ ਵਿੱਚ ਸੋਨੇ ਦੀਆਂ 11 ਮੋਹਰਾਂ ਦਿੱਤੀਆਂ। ਭੋਜਨ ਛਕਣ ਤੋਂ ਬਾਅਦ ਫੇਰੂ ਸ਼ਾਮ ਅਰੋੜੇ ਦੇ ਘਰ ਵਿਦਿਆ ਹੋ ਕੇ ਨਿਗਾਹੇ ਦੇ ਪੂਜਾ ਸਥਾਨ ਨੂੰ ਚੱਲ ਪਿਆ। ਥੋੜਾ ਜਿਹਾ ਭੋਜਨ ਉਹ ਲੈ ਕੇ ਨਿਗਾਹੇ ਦਰਬਾਰ ਵਿੱਚ ਪਹੁੰਚ ਗਿਆ ਤੇ ਕਿਹਾ ਕਿ ਆਹ ਭੋਜਨ ਮੈਂ ਤਦ ਹੀ ਖਾਵਾਂਗਾ ਜੇ ਬੀਬੀ ਭਾਈ ਆਪ ਖਵਾਵੇਗੀ ਤੇ ਸਖੀ ਸਰਵਰ ਮੈਨੂੰ ਸਾਹਮਣੇ ਆ ਕੇ ਦਰਸ਼ਨ ਦੇਣਗੇ, ਨਹੀਂ ਤਾਂ ਮੈਂ ਭੁੱਖਾ ਹੀ ਮਰ ਜਾਵਾਂਗਾ। ਫੇਰੂ ਦਾ ਪਿਆਰ ਦੇਖ ਕੇ ਸਖੀ ਸਰਵਰ ਨੇ ਸੋਚਿਆ ਕਿ ਇਸਨੇ ਅਜੇ ਤੱਕ ਮੇਰੀ ਪਛਾਣ ਨਹੀਂ ਕੀਤੀ। ਤਦ ਉਹਨਾਂ ਨੇ ਆਪਣੇ ਦਰਬਾਰ ਦੇ ਪੁਜਾਰੀ ਜਿਸ ਦਾ ਨਾਂ ਚੱਤਾ ਸੀ, ਉਸ ਨੂੰ ਦਾਤਾ ਜੀ ਨੇ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ ਕਿ ਉਹ ਫੇਰੂ ਬ੍ਰਾਹਮਣ ਨੂੰ ਪੁੱਛੇ ਕਿ ਉਹ ਦਰਬਾਰ ਵਿੱਚ ਹੁਣ ਕੀ ਧਾਰ ਕੇ ਬੈਠਾ ਹੈ, ਜਦ ਕਿ ਉਸ ਨੂੰ ਉਸ ਦੀ ਮੰਗੀ ਮੁਰਾਦ ਅਸਾਂ ਦੇ ਦਿੱਤੀ ਹੈ। ਜੇ ਉਹ ਕਹੇ ਕਿ ਉਸ ਨੂੰ ਕੁਝ ਵੀ ਹਾਸਲ ਨਹੀਂ ਹੋਇਆ ਤਾਂ ਉਸ ਨੂੰ ਦੱਸ ਦੇਵੇਂ ਕਿ ਉਹ ਜਿਸ ਨੂੰ ਸ਼ਾਮ ਅਰੋੜਾ ਸਮਝਦਾ ਸੀ ਉਹ ਸਖੀ ਸਰਵਰ ਹੀ ਸੀ, ਜੋ ਉਸ ਦੀ ਘਰਵਾਲੀ ਨੇ ਹੱਥੋਂ ਭੋਜਨ ਬਣਾ ਕੇ ਖਵਾਇਆ ਸੀ, ਉਹ ਬੀਬੀ ਭਾਈ ਹੀ ਸੀ। ਜੇ ਉਹ ਫਿਰ ਵੀ ਵਿਸ਼ਵਾਸ ਨਾ ਕਰੇ ਤਾਂ ਆਪਣੇ ਜਿੱਦ ਤੇ ਹੀ ਅੜਿਆ ਰਵੇ ਤਾਂ ਉਸ ਨੂੰ ਕਹੇ ਕਿ ਉਹ ਆਪਣੀ ਛੋਟੀ ਉਂਗਲੀ ਛਾਤੀ ਤੇ ਰੱਖੇ ਤੇ ਉਸ ਦਾ ਖਾਧਾ ਹੋਇਆ ਭੋਜਨ ਸਾਰਾ ਬਾਹਰ ਆ ਜਾਵੇਗਾ। ਜਿਹੜਾ ਭੋਜਨ ਸੋਨੇ ਦੇ ਭਾਂਡਿਆਂ 'ਚ ਪਾਇਆ ਹੈ ਉਹ ਪਿੱਤਲ ਦੇ ਹੋ ਜਾਣਗੇ ਅਤੇ ਸੋਨੇ ਦੀਆਂ ਮੋਹਰਾਂ ਵੀ ਪਿੱਤਲ ਦੀਆਂ ਹੋ ਜਾਣਗੀਆਂ। ਦਿਨ ਚੜ੍ਹਦਿਆਂ ਤੇ ਚੱਤਾ ਪੁਜਾਰੀ ਫੇਰੂ ਕੋਲ ਆ ਕੇ ਉਸ ਨੂੰ ਕਹਿਣ ਲੱਗਾ, ਸਾਧ ਸੰਗਤ ਜੀ ਦਿਨ ਚੜਿਆ ਤੇ ਚੱਤਾ ਪੁਜਾਰੀ ਨੇ ਫੇਰੂ ਨੂੰ ਸਾਰੀ ਗੱਲ ਦੱਸ ਦਿੱਤੀ। ਸਾਧ ਸੰਗਤ ਜੀ ਸੱਤੇ ਪੁਜਾਰੀ ਦੀ ਗੱਲ ਸੁਣ ਕੇ ਫੇਰੂ ਬ੍ਰਾਹਮਣ ਨੇ ਆਪਣੇ ਦਿਲ ਦੀ ਗੱਲ ਕਹਿ ਕੇ ਬੀਬੀ ਭਾਈ ਮੈਨੂੰ ਖੁਦ ਆਪ ਭੋਜਨ ਖਵਾਵੇ ਤੇ ਸਖੀ ਸਰਵਰ ਮੇਰੇ ਸਾਹਮਣੇ ਆ ਕੇ ਦਰਸ਼ਨ ਦੇਣ। ਤਦ ਪੁਜਾਰੀ ਨੇ ਕਿਹਾ ਕਿ ਤੇਰੀ ਮੁਰਾਦ ਤਾਂ ਪੂਰੀ ਹੋ ਚੁੱਕੀ ਹੈ ਤੇ ਸਾਰੀ ਸ਼ਾਮ ਅਰੋੜੇ ਵਾਲੀ ਗੱਲ ਤੇ ਭੋਜਨ ਵਾਲੀ ਗੱਲ ਇਹ ਸੁਣਾਈ ਕਿ ਉਹ ਖੁਦ ਹੀ ਸਖੀ ਸਰਵਰ ਤੇ ਬੀਬੀ ਭਾਈ ਜੀ ਸਨ। ਪਰ ਫੇਰੂ ਬ੍ਰਾਹਮਣ ਨਹੀਂ ਮੰਨਿਆ ਤਾਂ ਚੱਤੇ ਨੇ ਦਾਤਾ ਜੀ ਦੇ ਕਹੇ ਮੁਤਾਬਕ ਫੇਰੂ ਨੂੰ ਛਾਤੀ ਤੇ ਉਂਗਲੀ ਰੱਖਣ ਲਈ ਕਿਹਾ ਤਾਂ ਦਾਤਿਆਂ ਦੀ ਰਹਿਮਤ ਨਾਲ ਸਾਰਾ ਖਾਧਾ ਭੋਜਨ ਬਾਹਰ ਆ ਗਿਆ ਤਾਂ ਸੋਨੇ ਦੇ ਬਰਤਨ ਤੇ ਮੋਹਰਾਂ ਪਿੱਤਲ ਵਿੱਚ ਬਦਲ ਗਈਆਂ। ਇਹ ਕ੍ਰਿਸ਼ਮਾ ਵੇਖ ਕੇ ਫੇਰੂ ਹੱਕਾ ਬੱਕਾ ਰਹਿ ਗਿਆ ਤੇ ਚੁੱਕ ਕੇ ਪੀਰ ਨੂੰ ਸਲਾਮਾ ਕਰਦਾ ਹੋਇਆ ਧੰਨ ਹੈ ਤੂੰ ਕਹਿਣ ਲੱਗਾ। ਲਖਦਾਤਾ ਜੀ ਆਪਣੇ ਸੇਵਕ ਦੇ ਅਥਾਹ ਪਿਆਰ ਤੇ ਸ਼ਰਧਾ ਦੇਖ ਕੇ ਇੱਕ ਵਾਰ ਫਿਰ ਪ੍ਰਗਟ ਹੋ ਗਏ ਤੇ ਫਿਰ ਉਹੀ ਪਿੱਤਲ ਬਣੇ ਬਰਤਨ ਤੇ ਮੋਹਰਾਂ ਸੋਨੇ ਵਿੱਚ ਬਦਲ ਕੇ ਕਿਹਾ ਕਿ ਤੇਰਾ ਨਾਮ ਦੁਨੀਆ 'ਚ ਚੰਦ ਵਾਂਗੂ ਚਮਕੇਗਾ। ਜਿੱਥੇ ਲੋਕ ਮੇਰੀ ਪੂਜਾ ਕਰਨਗੇ ਉੱਥੇ ਤੈਨੂੰ ਵੀ ਜ਼ਰੂਰ ਯਾਦ ਕਰਿਆ ਕਰਨਗੇ, ਕਿਉਂਕਿ ਤੂੰ ਆਪਣੀ ਸੱਚੀ ਲਗਨ ਨਾਲ ਉਸ ਅੱਲਾਹ ਤਾਲਾ ਦੇ ਨੂਰ ਵਿੱਚ ਰੰਗਿਆ ਗਿਆ ਹੈ। ਉਸ ਤੋਂ ਬਾਅਦ ਫੇਰੂ ਆਪਣੇ ਪਿੰਡ ਜਾ ਕੇ ਦਾਤਿਆਂ ਦੀ ਉਪਮਾ ਕਰਦਾ ਰਿਹਾ। ਅੱਜ ਕੱਲ ਪਿੰਡ ਪੁਨੀਆ ਨਜ਼ਦੀਕ ਐਮਨਾਬਾਦ ਇਸ ਦੀ ਮਜ਼ਾਰ ਹੈ, ਜਿੱਥੇ ਕਿ ਹਰ ਸਾਲ ਜੇਠ ਮਹੀਨੇ ਬਹੁਤ ਭਾਰੀ ਮੇਲਾ ਲੱਗਦਾ ਹੈ। ਫੇਰੂ ਬ੍ਰਾਹਮਣ ਦੀ ਮਜ਼ਾਰ ਤੇ ਲਖਦਾਤਾ ਜੀ ਦਾ ਰੋਜ਼ਾ ਵੀ ਵੇਖਣ ਯੋਗ ਹੈ, ਜਿੱਥੇ ਕਿ ਹਰ ਸਮੇਂ ਇਲਾਹੀ ਨੂਰ ਵਸਦਾ ਹੈ। ਜੈ ਪੀਰਾਂ ਦੀ।